Hello dear students, I am Avtar Singh and today we will start second chapter of 10th chemistry, that is acids, bases and salts. So students, ਅੱਜ ਦੇ ਲੈਕਚਰ ਵਿੱਚ ਆਪਾਂ acids and bases ਦੀ introduction ਕਰਾਂਗੇ ਡਿਟੇਲ ਵਿੱਚ। ਸੋ ਆਪਾਂ ਸਟਾਰਟ ਕਰਦੇ ਹਾਂ। ਸੋ ਫਸਟਲੀ ਆਪਾਂ ਲੋਅਰ ਕਲਾਸਿਸ ਵਿੱਚ ਸਟੱਡੀ ਕੀਤਾ ਹੋਇਆ acids are sour in taste and bases are bitter in taste. ਸੋ sour means to say ਇਹ ਖੱਟੇ ਹੁੰਦੇ ਆ ਟੇਸਟ ਵਿੱਚ ਐਸਿਡਸ, ਹੈ ਨਾ। ਐਂਡ ਜੇਕਰ ਆਪਾਂ ਬੇਸਿਸ ਦੀ ਗੱਲ ਕਰੀਏ ਇਹ ਟੇਸਟ ਵਿੱਚ ਕੀ ਹੁੰਦੇ ਆ, ਕੌੜੇ। ਬਟ ਜੇਕਰ ਆਪਾਂ ਕੈਮਿਸਟਰੀ ਦੇ ਬਿਹਾਫ ਤੋਂ ਸੋਚੀਏ ਤਾਂ ਟੇਸਟ ਬੇਸ 'ਤੇ ਕਿਸੇ ਵੀ ਚੀਜ਼ ਨੂੰ ਜੱਜ ਕਰਨਾ ਸਹੀ ਕ੍ਰਾਈਟੇਰੀਆ ਨਹੀਂ ਹੈਗਾ। ਸੋ ਤੁਸੀਂ ਸਕੂਲ ਵਿੱਚ ਵੀ ਜਦੋਂ ਤੁਹਾਡੀਆਂ ਕੈਮਿਸਟਰੀ ਲੈਬਸ ਹੋਈਆਂ ਕਦੇ ਵੀ ਕਿਸੇ ਵੀ ਚੀਜ਼ ਨੂੰ ਟੇਸਟ ਬੇਸ 'ਤੇ ਜੱਜ ਕਰਕੇ ਨਹੀਂ ਦੇਖਣਾ, ਬਿਕੋਜ਼ ਹੋ ਸਕਦਾ ਜਿਸ ਨੂੰ ਆਪਾਂ ਟੇਸਟ ਕਰ ਰਹੇ ਹਾਂ ਉਹ ਇੰਨਾ ਜ਼ਿਆਦਾ ਡੇਂਜਰਸ ਸਾਲਟ ਹੋਵੇ ਜਿਸ ਦਾ ਆਪਣੀ ਬੋਡੀ ਦੇ ਉੱਪਰ ਬਹੁਤ ਜ਼ਿਆਦਾ ਗਲਤ ਇਫੈਕਟ ਪਵੇ, ਠੀਕ ਹੈ। ਸੋ ਆਪਾਂ ਕਿਸੇ ਵੀ ਚੀਜ਼ ਨੂੰ ਕਦੇ ਵੀ ਟੇਸਟ ਕਰਕੇ ਜੱਜ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਸੋ ਕੁਐਸਚਨ ਉੱਠਦਾ ਫਿਰ ਆਪਾਂ ਜੱਜ ਕਿੱਦਾਂ ਕਰਦੇ ਹਾਂ। ਸੋ ਐਸਿਡਸ ਐਂਡ ਬੇਸਿਸ ਨੂੰ ਡਿਟੈਕਟ ਕਰਨ ਵਿੱਚ ਆਪਣੀ ਹੈਲਪ ਕਰਦੇ ਆ ਇੰਡੀਕੇਟਰਸ। ਵੈਸੇ ਤੁਸੀਂ ਲੋਅਰ ਕਲਾਸਿਸ ਵਿੱਚ ਇੰਡੀਕੇਟਰਸ ਬਾਰੇ ਪੜ੍ਹਿਆ ਹੋਇਆ, ਬਟ ਆਪਾਂ ਨੈਕਸਟ ਸਲਾਈਡ ਵਿੱਚ ਇੰਡੀਕੇਟਰਸ ਨੂੰ ਡਿਟੇਲ ਵਿੱਚ ਕਰਾਂਗੇ ਐਂਡ ਉਹਨਾਂ ਦੀਆਂ ਟਾਈਪਸ ਬਾਰੇ ਵੀ ਸਟੱਡੀ ਕਰਾਂਗੇ। ਐਂਡ ਜੇਕਰ ਆਪਾਂ ਡੇਲੀ ਲਾਈਫ ਦੇ ਵਿੱਚ ਐਗਜ਼ਾਮਪਲਸ ਦੀ ਗੱਲ ਕਰੀਏ ਤਾਂ ਉਹ ਸਾਰੇ ਸਿਟਰਸ ਫਰੂਟਸ ਜਿਵੇਂ ਕਿ ਲੈਮਨ, ਔਰੇਂਜ, ਮੌਸਮੀ, ਇਹਨਾਂ ਸਾਰਿਆਂ ਦੇ ਵਿੱਚ ਸਿਟਰਿਕ ਐਸਿਡ ਪਾਇਆ ਜਾਂਦਾ। ਸੋ ਇਹ ਐਸਿਡਸ ਦੀ ਐਗਜ਼ਾਮਪਲ ਦੇ ਵਿੱਚ ਆਪਾਂ ਕਰ ਦਿੰਦੇ ਹਾਂ। ਐਂਡ ਜੇਕਰ ਆਪਾਂ ਬੇਸਿਸ ਦੀ ਐਗਜ਼ਾਮਪਲ ਦੇਣੀ ਹੋਵੇ ਤਾਂ ਆਪਾਂ ਸੋਪ ਕਹਿ ਸਕਦੇ ਹਾਂ, ਜਿਸ ਨੂੰ ਆਪਾਂ ਡੇਲੀ ਲਾਈਫ ਦੇ ਵਿੱਚ ਨਹਾਉਣ ਵਗੈਰਾ ਵਾਸਤੇ ਜਾਂ ਹੈਂਡ ਵਾਸ਼ ਕਰਨ ਵਾਸਤੇ ਯੂਜ਼ ਕਰਦੇ ਹਾਂ, ਬਿਕੋਜ਼ ਸੋਪਸ ਦੇ ਵਿੱਚ ਸਟਰੋਂਗ ਬੇਸ NaOH ਪਾਇਆ ਜਾਂਦਾ ਹੈ, ਠੀਕ ਹੈ। NaOH ਮੀਨਸ Na means sodium and OH means hydroxide. ਸੋ ਇਸ ਦਾ ਪੂਰਾ ਨਾਮ ਹੋਇਆ ਸੋਡੀਅਮ ਹਾਈਡਰੋਕਸਾਈਡ, ਠੀਕ ਹੈ। ਸੋ ਇਹ ਇੱਕ ਸਟਰੋਂਗ ਬੇਸ ਮੰਨਿਆ ਜਾਂਦਾ। ਜੇਕਰ ਆਪਾਂ ਕੈਮਿਸਟਰੀ ਦੇ ਪੁਆਇੰਟ ਆਫ ਵਿਊ ਨਾਲ ਸੋਚੀਏ ਤਾਂ ਹਜੇ ਆਪਾਂ ਨੂੰ ਐਸਿਡਸ ਐਂਡ ਬੇਸਿਸ ਦੀ ਐਗਜ਼ੈਕਟ ਡੈਫੀਨੇਸ਼ਨ ਨਹੀਂ ਪਤਾ ਲੱਗੀ। ਸੋ ਐਗਜ਼ੈਕਟ ਡੈਫੀਨੇਸ਼ਨ ਕੀ ਹੋਏਗੀ? ਜੇਕਰ ਆਪਾਂ ਐਸਿਡਸ ਦੀ ਗੱਲ ਕਰੀਏ ਤਾਂ ਐਸਿਡਸ ਆਰ ਦਾ ਸਬਸਟੈਂਸਿਸ ਵਿਚ ਰਿਲੀਜ਼ਸ H ਪੋਜ਼ਿਟਿਵ ਆਇਨਸ। ਸੋ ਮੈਂ ਇੱਥੇ ਲਿਖ ਵੀ ਦਿੰਨਾ H ਪੋਜ਼ਿਟਿਵ ਆਇਨਸ। ਸੋ ਵਿਚ ਰਿਲੀਜ਼ਸ H ਪੋਜ਼ਿਟਿਵ ਆਇਨਸ ਇਨ ਐਕੁਅਸ ਸੋਲੂਸ਼ਨ। ਐਂਡ ਬੇਸਿਸ ਦੀ ਗੱਲ ਕਰੀਏ, ਬੇਸਿਸ ਆਰ ਦਾ ਸਬਸਟੈਂਸਿਸ ਵਿਚ ਰਿਲੀਜ਼ਸ OH ਨੈਗੇਟਿਵ ਆਇਨਸ ਇਨ ਐਕੁਅਸ ਸੋਲੂਸ਼ਨ। ਸੋ ਇਹ ਡੈਫੀਨੇਸ਼ਨ ਰਹੇਗੀ, ਠੀਕ ਹੈ। ਸੋ ਐਸਿਡਸ ਦੀ ਜੇਕਰ ਆਪਾਂ ਗੱਲ ਕਰੀਏ, ਜਿਹੜੇ H ਪੋਜ਼ਿਟਿਵ ਆਇਨਸ ਛੱਡਦੇ ਆ ਜਦੋਂ ਐਕੁਅਸ ਸੋਲੂਸ਼ਨ ਦੇ ਵਿੱਚ ਪਾਏ ਜਾਂਦੇ ਆ, ਠੀਕ ਹੈ। ਜਦੋਂ ਵਾਟਰ ਦੇ ਵਿੱਚ ਇਹਨਾਂ ਨੂੰ ਪਾਇਆ ਜਾਂਦਾ ਤਾਂ ਇਹ H ਪੋਜ਼ਿਟਿਵ ਆਇਨਸ ਛੱਡਦੇ ਆ। ਐਂਡ ਜੇਕਰ ਬੇਸਿਸ ਦੀ ਗੱਲ ਕਰੀਏ ਤਾਂ ਇਹ ਵਾਟਰ ਦੇ ਵਿੱਚ ਪਾਉਣ ਨਾਲ OH ਨੈਗੇਟਿਵ ਆਇਨਸ ਰਿਲੀਜ਼ ਕਰਦੇ ਆ, ਠੀਕ ਹੈ। ਸੋ ਹੁਣ ਦੇਖੋ ਜੀ, ਜੋ ਜਿੰਨਾ ਜ਼ਿਆਦਾ H ਪੋਜ਼ਿਟਿਵ ਆਇਨਸ ਛੱਡੇਗਾ, ਠੀਕ ਹੈ, ਜਿੰਨਾ ਜ਼ਿਆਦਾ H ਪੋਜ਼ਿਟਿਵ ਆਇਨਸ ਰਿਲੀਜ਼ ਕਰੇਗਾ ਉਹ ਉਨਾ ਜ਼ਿਆਦਾ ਸਟਰੋਂਗ ਐਸਿਡ ਹੋਏਗਾ। ਐਂਡ ਜਿੰਨਾ ਜ਼ਿਆਦਾ ਘੱਟ ਛੱਡੇਗਾ H ਪੋਜ਼ਿਟਿਵ ਆਇਨਸ ਉਹ ਉਨਾ ਜ਼ਿਆਦਾ ਵੀਕ ਐਸਿਡ ਹੋਏਗਾ। ਸਿਮਿਲਰਲੀ ਬੇਸਿਸ ਦੀ ਗੱਲ ਹੈ, ਜਿੰਨਾ ਜ਼ਿਆਦਾ OH ਨੈਗੇਟਿਵ ਆਇਨਸ ਜ਼ਿਆਦਾ ਛੱਡੇਗਾ ਕੋਈ ਤਾਂ ਉਹ ਉਨਾ ਜ਼ਿਆਦਾ ਸਟਰੋਂਗ ਬੇਸ ਹੋਏਗਾ। ਐਂਡ ਜਿੰਨਾ ਇਹ ਨਾ OH ਨੈਗੇਟਿਵ ਆਇਨਸ ਨੂੰ ਘੱਟ ਛੱਡੇਗਾ ਉਹ ਉਨਾ ਹੀ ਵੀਕ ਬੇਸ ਹੋਏਗਾ, ਠੀਕ ਹੈ। ਐਂਡ ਜੇਕਰ ਆਪਾਂ ਡੈਫੀਨੇਸ਼ਨ ਨੂੰ ਲਿਖਣਾ ਹੋਵੇ ਤਾਂ ਆਪਾਂ ਲਿਖ ਸਕਦੇ ਹਾਂ ਐਨ ਐਸਿਡ ਮੇ ਬੀ ਡਿਫਾਈਨਡ ਐਜ਼ ਸਬਸਟੈਂਸ ਵਿਚ ਰਿਲੀਜ਼ਸ H ਪੋਜ਼ਿਟਿਵ ਆਇਨਸ ਇਨ ਐਕੁਅਸ ਸੋਲੂਸ਼ਨ। ਹਾਂਜੀ, ਤਾਂ ਜਿਹੜਾ ਆਪਾਂ H ਪੋਜ਼ਿਟਿਵ ਆਇਨਸ ਦੀ ਗੱਲ ਕੀਤੀ ਸੀ ਇਹ ਇੰਪੋਰਟੈਂਟ ਚੀਜ਼ ਰਹੇਗੀ, ਜਿਵੇਂ ਕਿ ਆਪਾਂ ਨੂੰ ਐਗਜ਼ਾਮਪਲ ਦੇ ਵਿੱਚ ਵੀ ਕਲੀਅਰ ਹੋ ਰਿਹਾ। ਸੋ ਆਪਾਂ HCl ਦੀ ਐਗਜ਼ਾਮਪਲ ਲਈ ਹੋਈ ਆ ਐਂਡ ਤੁਸੀਂ ਦੇਖ ਸਕਦੇ ਹੋ ਜਿਹੜਾ HCl ਆ ਇਹ H ਪੋਜ਼ਿਟਿਵ ਆਇਨਸ ਰਿਲੀਜ਼ ਕਰ ਰਿਹਾ, ਠੀਕ ਹੈ। ਸੋ ਵਿਚ ਰਿਲੀਜ਼ਸ H ਪੋਜ਼ਿਟਿਵ ਆਇਨਸ ਇਨ ਐਕੁਅਸ ਸੋਲੂਸ਼ਨ, that is called acid. ਓਕੇ, ਸੋ ਹੁਣ ਜਿਹੜਾ ਜਿੰਨਾ ਜ਼ਿਆਦਾ H ਪੋਜ਼ਿਟਿਵ ਆਇਨਸ ਨੂੰ ਜ਼ਿਆਦਾ ਰਿਲੀਜ਼ ਕਰੇਗਾ ਉਹ ਕੀ ਹੋਏਗਾ, ਸਟਰੋਂਗ ਐਸਿਡਸ। ਐਂਡ ਜਿਹੜਾ HCl ਹੈ ਇਹ ਕਾਫੀ ਜ਼ਿਆਦਾ H ਪੋਜ਼ਿਟਿਵ ਆਇਨਸ ਨੂੰ ਰਿਲੀਜ਼ ਕਰਦਾ। ਸੋ ਆਪਾਂ HCl ਨੂੰ ਸਟਰੋਂਗ ਐਸਿਡਸ ਦੇ ਵਿੱਚ ਕਾਊਂਟ ਕਰਦੇ ਹਾਂ। ਐਂਡ ਜੇਕਰ ਆਪਾਂ ਐਸਿਡਸ ਦੀ ਇੱਕ ਹੋਰ ਐਗਜ਼ਾਮਪਲ ਦੇਣੀ ਹੋਵੇ ਸਟਰੋਂਗ ਐਸਿਡਸ ਦੀ ਤਾਂ ਆਪਾਂ ਕਹਿ ਸਕਦੇ ਹਾਂ H2SO4। ਆਪਾਂ 9th ਕਲਾਸ ਵਿੱਚ ਵੀ ਕੀਤਾ ਹੋਇਆ। ਸੋ H2SO4 ਕੀ ਹੁੰਦਾ ਸੀਗਾ, ਸਲਫਿਊਰਿਕ ਐਸਿਡ, ਠੀਕ ਹੈ। ਇਸ ਨੂੰ ਕਿੰਗ ਆਫ ਕੈਮੀਕਲਸ ਵੀ ਕਿਹਾ ਜਾਂਦਾ, ਓਕੇ। ਐਂਡ ਜੇਕਰ ਆਪਾਂ ਬੇਸਿਸ ਨੂੰ ਲਿਖਣਾ ਹੋਵੇ ਤਾਂ ਆਪਾਂ ਲਿਖ ਸਕਦੇ ਹਾਂ ਐਂਡ ਬੇਸ ਮੇ ਬੀ ਡਿਫਾਈਨਡ ਐਜ਼ ਅ ਸਬਸਟੈਂਸ ਵਿਚ ਰਿਲੀਜ਼ਸ OH ਨੈਗੇਟਿਵ ਆਇਨਸ। ਹਾਂਜੀ, ਤਾਂ ਇਸ OH ਦਾ ਇੰਪੋਰਟੈਂਟ ਰੋਲ ਰਹੇਗਾ ਬੇਸ ਦੇ ਵਿੱਚ, ਓਕੇ। ਸੋ ਮੈਂ ਇਸ ਨੂੰ ਥੋੜ੍ਹਾ ਜਿਹਾ ਹੋਰ ਹਾਈਲਾਈਟ ਕਰ ਦਿੰਦਾ, OH ਨੈਗੇਟਿਵ ਆਇਨਸ ਇਨ ਐਕੁਅਸ ਸੋਲੂਸ਼ਨ, ਜਿਵੇਂ ਕਿ ਆਪਾਂ ਐਗਜ਼ਾਮਪਲ ਦੇ ਵਿੱਚ ਕੀਤਾ ਹੋਇਆ। ਸੋ NaOH ਆਪਾਂ ਇੱਕ ਸਟਰੋਂਗ ਬੇਸ ਲੈ ਕੇ ਚੱਲੇ ਹਾਂ ਜਿਹੜਾ ਮੋਸਟਲੀ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਸਾਬਣ ਦੇ ਵਿੱਚ ਪਾਇਆ ਜਾਂਦਾ, ਸੋਪਸ ਦੇ ਵਿੱਚ, ਓਕੇ। ਸੋ ਹੁਣ ਜਦੋਂ ਆਪਾਂ ਇਸ ਨੂੰ ਐਕੁਅਸ ਸੋਲੂਸ਼ਨ ਦੇ ਵਿੱਚ ਪਾਇਆ ਤਾਂ ਆਪਾਂ ਨੂੰ ਸ਼ੋ ਹੋ ਰਿਹਾ
ਇਹ OH ਨੈਗੇਟਿਵ ਆਇਨਸ ਰਿਲੀਜ਼ ਕਰ ਰਿਹਾ, ਠੀਕ ਹੈ। ਸੋ ਬੇਸ ਮੇ ਬੀ ਡਿਫਾਈਨਡ ਐਜ਼ ਅ ਸਬਸਟੈਂਸ ਵਿਚ ਰਿਲੀਜ਼ਸ OH ਨੈਗੇਟਿਵ ਆਇਨਸ ਇਨ ਐਕੁਅਸ ਸੋਲੂਸ਼ਨ। ਓਕੇ, ਸੋ ਹੋਪਫੁਲੀ ਤੁਹਾਨੂੰ ਐਸਿਡਸ ਐਂਡ ਬੇਸਿਸ ਦੀ ਡੈਫੀਨੇਸ਼ਨਸ ਕਲੀਅਰ ਹੋ ਗਈਆਂ ਹੋਣਗੀਆਂ। ਐਂਡ ਪਲੀਜ਼ ਤੁਸੀਂ ਇਹਨਾਂ ਨੂੰ ਨਾਲ ਨਾਲ ਨੋਟ ਵੀ ਕਰਦੇ ਰਹੋ, ਕਾਫੀ ਹੈਲਪਫੁਲ ਰਹਿਣਗੀਆਂ, ਠੀਕ ਹੈ। ਐਂਡ ਜੇਕਰ ਆਪਾਂ ਐਸਿਡਸ ਬਾਰੇ ਕੁਝ ਹੋਰ ਪੁਆਇੰਟਸ ਲਿਖਣੇ ਹੋਣ ਤਾਂ ਆਪਾਂ ਲਿਖ ਸਕਦੇ ਹਾਂ ਐਸਿਡਸ ਕਰੋਡ ਮੈਟਲਸ। ਹਾਂਜੀ, ਤਾਂ ਕਰੋਡ ਦਾ ਕੀ ਮਤਲਬ ਹੋਇਆ ਵੀ ਮੈਟਲਸ ਨੂੰ ਇਹ ਖਰਾਬ ਕਰ ਦਿੰਦੇ ਆ, ਠੀਕ ਹੈ। ਸੈਕਿੰਡ ਪੁਆਇੰਟ ਆਪਣੇ ਕੋਲ ਆ ਮੋਸਟ ਇੰਪੋਰਟੈਂਟ ਪੁਆਇੰਟ, ਐਸਿਡਸ ਟਰਨ ਬਲੂ ਲਿਟਮਸ ਪੇਪਰ ਟੂ ਰੈੱਡ। ਹਾਂਜੀ, ਤਾਂ ਜਿਹੜਾ ਬਲੂ ਲਿਟਮਸ ਪੇਪਰ ਹੁੰਦਾ ਉਸ ਨੂੰ ਐਸਿਡਸ ਆ ਜਿਹੜੇ ਰੈੱਡ ਵਿੱਚ ਕਨਵਰਟ ਕਰ ਦਿੰਦੇ ਆ, ਜਿਵੇਂ ਕਿ ਆਪਾਂ ਨੂੰ ਫਿਗਰ ਦੇ ਵਿੱਚ ਵੀ ਸ਼ੋ ਹੋ ਰਿਹਾ। ਹਾਂਜੀ, ਤਾਂ ਦੇਖੋ ਜਿਹੜਾ ਆਪਣੇ ਕੋਲੇ ਲੈਮਨ ਆ, ਆਪਾਂ ਕਿਹਾ ਸੀ ਲਾਸਟ ਸਲਾਈਡ ਦੇ ਵਿੱਚ ਵੀ ਇਹ ਐਸਿਡ ਹੁੰਦਾ, ਇਸ ਵਿੱਚ ਸਿਟਰਿਕ ਐਸਿਡ, ਹਨਾ। ਤਾਂ ਜਿਹੜਾ ਬਲੂ ਲਿਟਮਸ ਪੇਪਰ ਹੈ, ਜਿੰਨਾ ਪਾਰਟ ਉਸ ਦਾ ਲੈਮਨ ਦੇ ਨਾਲ ਲੱਗਿਆ ਹੋਇਆ ਉਹ ਰੈੱਡ ਕਨਵਰਟ ਹੋ ਗਿਆ, ਠੀਕ ਹੈ। ਸੋ ਐਸਿਡਸ ਟਰਨ ਬਲੂ ਲਿਟਮਸ ਪੇਪਰ ਟੂ ਰੈੱਡ। ਓਕੇ, ਐਂਡ ਆਪਣਾ ਥਰਡ ਪੁਆਇੰਟ ਹੈ ਐਸਿਡਸ ਆਰ ਇਲੈਕਟ੍ਰੋਲਾਈਟਸ। ਹਾਂਜੀ, ਤਾਂ ਇਲੈਕਟ੍ਰੋਲਾਈਟ ਵਰਡ ਦਾ ਕੀ ਮਤਲਬ ਹੋਇਆ, ਜਿਹੜੇ ਇਲੈਕਟ੍ਰੀਸਿਟੀ ਨੂੰ ਕੰਡਕਟ ਕਰ ਸਕਦੇ ਆ। ਸੋ ਐਸਿਡਸ ਕੈਨ ਕੰਡਕਟ ਇਲੈਕਟ੍ਰੀਸਿਟੀ। ਓਕੇ, ਜਿਵੇਂ ਕਿ ਆਪਾਂ ਐਗਜ਼ਾਮਪਲ ਲੈ ਲਈਏ H2SO4 ਦੀ। ਫਰਦਰ ਅੱਗੇ ਜਾ ਕੇ ਆਪਾਂ ਕੁਝ ਐਕਸਪੈਰੀਮੈਂਟਸ ਵੀ ਐਕਸਪਲੇਨ ਕਰਾਂਗੇ ਜਿਨ੍ਹਾਂ ਦੇ ਵਿੱਚ ਆਪਾਂ H2SO4 ਪਾਉਣੇ ਆ ਥੋੜ੍ਹਾ ਬਹੁਤ, ਜਿਸ ਨਾਲ ਇਲੈਕਟ੍ਰੀਸਿਟੀ ਕੰਡਕਟ ਹੁੰਦੀ ਹੈ, ਠੀਕ ਹੈ। ਓਕੇ, ਐਂਡ ਫੋਰਥ ਪੁਆਇੰਟ ਆਪਣਾ देयर pH ਵੈਲਿਊ ਇਜ਼ ਲੈਸ ਦੈਨ 7। ਓਕੇ, ਸੋ ਇਸ ਬਾਰੇ ਆਪਾਂ ਹਜੇ ਨਹੀਂ ਸਟੱਡੀ ਕੀਤਾ, ਅੱਗੇ ਜਾ ਕੇ ਸਟੱਡੀ ਕਰਾਂਗੇ। ਬਸ ਸਿੰਪਲ ਯਾਦ ਰੱਖਿਓ ਵੀ ਜਿਹੜੇ ਐਸਿਡਸ ਆ ਇਹਨਾਂ ਦੀ pH ਵੈਲਿਊ ਲੈਸ ਦੈਨ 7 ਹੁੰਦੀ ਹੈ, ਠੀਕ ਹੈ। ਐਂਡ ਜਿਹੜੇ ਬੇਸ ਹੈ ਇਹਨਾਂ ਦੀ pH ਵੈਲਿਊ ਗ੍ਰੇਟਰ ਦੈਨ 7 ਹੁੰਦੀ ਹੈ। ਓਕੇ, ਐਂਡ ਲਾਸਟ ਪੁਆਇੰਟ ਆਪਣਾ ਵੈਨ ਐਸਿਡਸ ਰਿਐਕਟ ਵਿਦ ਮੈਟਲਸ। ਹਾਂਜੀ, ਤਾਂ ਜਦੋਂ ਐਸਿਡਸ ਮੈਟਲਸ ਦੇ ਨਾਲ ਰਿਐਕਟ ਕਰਦੇ ਆ, ਜਿਵੇਂ ਕਿ ਆਪਣੇ ਕੋਲੇ ਮੈਟਲਸ ਹੋ ਗਏ, ਜ਼ਿੰਕ ਹੋ ਗਿਆ, ਮੈਗਨੀਸ਼ੀਅਮ ਹੋ ਗਿਆ, ਕੈਲਸ਼ੀਅਮ ਹੋ ਗਿਆ, ਤਾਂ ਆਪਣੇ ਕੋਲੇ ਹਾਈਡਰੋਜਨ ਗੈਸ ਰਿਲੀਜ਼ ਹੁੰਦੀ ਹੈ, ਠੀਕ ਹੈ। ਵੈਨ ਐਸਿਡਸ ਰਿਐਕਟ ਵਿਦ ਮੈਟਲਸ ਹਾਈਡਰੋਜਨ ਗੈਸ ਇਜ਼ ਰਿਲੀਜ਼ਡ। ਇਹ ਮੈਂ ਤੁਹਾਨੂੰ ਫਸਟ ਚੈਪਟਰ ਦੇ ਵਿੱਚ ਵੀ ਕਰਵਾਇਆ ਸੀ, ਠੀਕ ਹੈ। ਐਂਡ ਜੇਕਰ ਆਪਾਂ ਬੇਸਿਸ ਬਾਰੇ ਵੀ ਕੁਝ ਹੋਰ ਪੁਆਇੰਟਸ ਐਡ ਕਰਨੇ ਹੋਣ ਤਾਂ ਆਪਾਂ ਲਿਖ ਸਕਦੇ ਹਾਂ ਬੇਸਿਸ ਟਰਨ ਰੈੱਡ ਲਿਟਮਸ ਪੇਪਰ ਟੂ ਬਲੂ। ਹਾਂਜੀ, ਜਿਵੇਂ ਕਿ ਆਪਾਂ ਨੂੰ ਫੋਟੋ ਦੇ ਵਿੱਚ ਵੀ ਸ਼ੋ ਹੋ ਰਿਹਾ, ਤਾਂ ਆਪਾਂ ਲਾਸਟ ਸਲਾਈਡ ਦੇ ਵਿੱਚ ਕਿਹਾ ਸੀ ਵੀ ਜਿਹੜੀ ਸੋਪ ਹੁੰਦੀ ਹੈ ਇਸ ਦੇ ਵਿੱਚ ਕੀ ਹੁੰਦਾ, ਸਟਰੋਂਗ ਬੇਸ NaOH ਹੁੰਦਾ, ਠੀਕ ਹੈ। ਸੋ ਆਪਾਂ ਇਸ ਨੂੰ ਬੇਸ ਕਹਿ ਸਕਦੇ ਹਾਂ। ਹਾਂਜੀ, ਤਾਂ ਜਦੋਂ ਆਪਾਂ ਇਸ ਦੇ ਉੱਪਰ ਰੈੱਡ ਲਿਟਮਸ ਪੇਪਰ ਲਗਾਇਆ ਤਾਂ ਜਿੰਨਾ ਪਾਰਟ ਲਿਟਮਸ ਪੇਪਰ ਦਾ ਸੋਪ ਨਾਲ ਟੱਚ ਕੀਤਾ ਉਹ ਕੀ ਹੋ ਗਿਆ, ਬਲੂ ਟਰਨ ਹੋ ਗਿਆ, ਠੀਕ ਹੈ। ਸੋ ਆਪਾਂ ਕਹਿ ਸਕਦੇ ਹਾਂ ਬੇਸਿਸ ਟਰਨ ਰੈੱਡ ਲਿਟਮਸ ਪੇਪਰ ਟੂ ਬਲੂ। ਐਂਡ ਆਪਣੇ ਕੋਲ ਸੈਕਿੰਡ ਪੁਆਇੰਟ ਆ ਦੇ ਆਰ ਸੋਪੀ ਇਨ ਟੱਚ। ਇਸ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ, ਠੀਕ ਹੈ। ਐਂਡ ਥਰਡ ਪੁਆਇੰਟ ਹੈ ਬੇਸਿਸ ਆਰ ਇਲੈਕਟ੍ਰੋਲਾਈਟਸ। ਹਾਂਜੀ, ਤਾਂ ਇਲੈਕਟ੍ਰੋਲਾਈਟਸ ਬਾਰੇ ਤਾਂ ਆਪਾਂ ਲਾਸਟ ਸਲਾਈਡ ਦੇ ਵਿੱਚ ਵੀ ਕਰਕੇ ਹਟੇ ਹਾਂ, ਬਿਕੋਜ਼ ਐਸਿਡਸ ਆਰ ਆਲਸੋ ਇਲੈਕਟ੍ਰੋਲਾਈਟਸ। ਇਲੈਕਟ੍ਰੋਲਾਈਟਸ ਦਾ ਕੀ ਮਤਲਬ ਸੀ ਵੀ ਜਿਹੜੇ ਇਲੈਕਟ੍ਰੀਸਿਟੀ ਨੂੰ ਕੰਡਕਟ ਕਰ ਸਕਦੇ ਹੋ, ਠੀਕ ਹੈ। ਐਂਡ ਫੋਰਥ ਪੁਆਇੰਟ ਹੈ ਹੈਵ pH ਵੈਲਿਊ ਗ੍ਰੇਟਰ ਦੈਨ 7। ਹਾਂਜੀ, ਤਾਂ ਆਪਾਂ ਐਸਿਡਸ ਦੇ ਕੇਸ ਵਿੱਚ ਕਿਹਾ ਸੀ pH ਵੈਲਿਊ ਲੈਸ ਦੈਨ 7, ਬਟ ਬੇਸਿਸ ਦੇ ਕੇਸ 'ਚ ਕਿਹਾ ਹੈ pH ਵੈਲਿਊ ਗ੍ਰੇਟਰ ਦੈਨ 7। pH ਵੈਲਿਊ ਬਾਰੇ ਆਪਾਂ ਅਗਲੀ ਸਲਾਈਡਸ ਦੇ ਵਿੱਚ ਸਟੱਡੀ ਕਰਾਂਗੇ, ਠੀਕ ਹੈ। ਐਂਡ ਫਿਫਥ ਪੁਆਇੰਟ ਆਪਣੀ ਕੋਲੇ ਵੈਨ ਬੇਸਿਸ ਰਿਐਕਟ ਵਿਦ ਮੈਟਲਸ। ਬਿਲਕੁਲ ਸੇਮ ਪੁਆਇੰਟ ਐਸਿਡਸ ਵਿੱਚ ਵੀ ਇਹੀ ਪੁਆਇੰਟ ਕੀਤਾ ਸੀ ਆਪਾਂ, ਵੈਨ ਬੇਸਿਸ ਰਿਐਕਟ ਵਿਦ ਮੈਟਲਸ ਹਾਈਡਰੋਜਨ ਗੈਸ ਇਜ਼ ਰਿਲੀਜ਼ਡ। ਤਾਂ ਆਪਾਂ ਅੱਗੇ ਜਾ ਕੇ ਇਸ ਦੀਆਂ ਰਿਐਕਸ਼ਨਸ ਵੀ ਕਰਾਂਗੇ, ਹਾਈਡਰੋਜਨ ਗੈਸ ਨੂੰ ਰਿਲੀਜ਼ ਕਰਦੇ ਹੋਏ ਸ਼ੋ ਕਰਾਂਗੇ, ਠੀਕ ਹੈ। ਐਂਡ ਆਪਣਾ ਨੈਕਸਟ ਟੌਪਿਕ ਰਹੇਗਾ ਟਾਈਪਸ ਆਫ ਐਸਿਡਸ। ਹਾਂਜੀ, ਤਾਂ ਐਸਿਡਸ ਮੇਨਲੀ ਦੋ ਟਾਈਪਸ ਦੇ ਹੁੰਦੇ ਆ, ਇਨਆਰਗੈਨਿਕ ਐਸਿਡਸ ਐਂਡ ਆਰਗੈਨਿਕ ਐਸਿਡਸ। ਹਾਂਜੀ, ਤਾਂ ਜੇਕਰ ਆਪਾਂ ਇਨਆਰਗੈਨਿਕ ਐਸਿਡਸ ਨੂੰ ਸਟੱਡੀ ਕਰੀਏ ਤਾਂ ਇਨਆਰਗੈਨਿਕ ਐਸਿਡਸ ਨੂੰ ਮਿਨਰਲ ਐਸਿਡਸ ਵੀ ਕਿਹਾ ਜਾਂਦਾ ਹੈ, ਠੀਕ ਹੈ, ਬਿਕੋਜ਼ ਇਹ ਮਿਨਰਲਸ ਐਂਡ ਰੌਕਸ ਤੋਂ ਓਬਟੇਨਡ ਹੁੰਦੇ ਆ। ਸੋ ਆਪਾਂ ਇਸ ਦੀ ਡੈਫੀਨੇਸ਼ਨ ਵਿੱਚ ਲਿਖ ਦਿੰਦੇ ਹਾਂ ਦ ਐਸਿਡਸ ਵਿਚ ਆਰ ਓਬਟੇਨਡ ਫਰੋਮ ਮਿਨਰਲਸ ਐਂਡ ਰੌਕਸ। ਓਕੇ, ਐਂਡ ਐਗਜ਼ਾਮਪਲਸ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਫਸਟ ਐਗਜ਼ਾਮਪਲ ਆਪਣੇ ਕੋਲੇ HCl। ਤਾਂ ਪਲੀਜ਼ ਤੁਸੀਂ ਇਹਨਾਂ ਨੂੰ ਨਾਲ ਨਾਲ ਨੋਟ ਵੀ ਕਰ ਲਿਓ। HCl ਕੀ ਹੁੰਦਾ ਹੈ, ਹਾਈਡਰੋਕਲੋਰਿਕ ਐਸਿਡ, ਠੀਕ ਹੈ। ਐਂਡ ਨੈਕਸਟ ਐਗਜ਼ਾਮਪਲ ਹੈ H2SO4। H2SO4 ਕੀ ਹੁੰਦਾ ਹੈ, ਸਲਫਿਊਰਿਕ ਐਸਿਡ। ਐਂਡ ਥਰਡ ਵਨ ਹੈਗੀ ਹੈ HNO3। HNO3 ਕੀ ਹੁੰਦਾ ਹੈ, ਨਾਈਟ੍ਰਿਕ ਐਸਿਡ, ਠੀਕ ਹੈ। ਐਂਡ ਲਾਸਟ ਵਨ ਆਪਣੇ ਕੋਲੇ H2CO3। H2CO3 ਕੀ ਹੁੰਦਾ ਹੈ, ਕਾਰਬੋਨਿਕ ਐਸਿਡ। ਜਿਹੜਾ ਕਾਰਬੋਨਿਕ ਐਸਿਡ ਹੈ ਇਹ ਆਪਣੀਆਂ ਸੌਫਟ ਡਰਿੰਕਸ ਦੇ ਵਿੱਚ ਵੀ ਪਾਇਆ ਜਾਂਦਾ ਹੈ, ਠੀਕ ਹੈ। ਸੋ ਇਹਨਾਂ ਚਾਰੋਂ ਐਸਿਡਸ ਦੇ ਨਾਮ ਵੀ ਤੁਸੀਂ ਆਪਣੇ ਹੱਥ ਨਾਲ ਆਪਣੇ ਨੋਟਸ ਦੇ ਵਿੱਚ ਲਿਖ ਲਿਓ, ਹੌਲੀ ਹੌਲੀ ਇਹ ਯਾਦ ਰਹਿਣ ਲੱਗ ਜਾਣਗੇ, ਠੀਕ ਹੈ। ਓਕੇ,
ਐਂਡ ਆਪਣੀ ਨੈਕਸਟ ਟਾਈਪ ਰਹੇਗੀ ਆਰਗੈਨਿਕ ਐਸਿਡਸ। ਹਾਂਜੀ, ਤਾਂ ਆਰਗੈਨਿਕ ਐਸਿਡਸ ਕਿਹੜੇ ਹੁੰਦੇ ਆ? ਜਿਹੜੇ ਆਪਾਂ ਨੂੰ ਪਲਾਂਟਸ ਐਂਡ ਐਨੀਮਲਸ ਤੋਂ ਮਿਲਦੇ ਆ। ਠੀਕ ਹੈ, ਦ ਐਸਿਡਸ ਵਿਚ ਆਰ ਓਬਟੇਨਡ ਫਰੋਮ ਪਲਾਂਟਸ ਐਂਡ ਐਨੀਮਲਸ। ਹਾਂਜੀ, ਤਾਂ ਆਪਾਂ ਐਗਜ਼ਾਮਪਲਸ ਦੀ ਗੱਲ ਕਰਦੇ ਹਾਂ। ਫਸਟ ਐਗਜ਼ਾਮਪਲ ਮੈਂ ਦਿੱਤੀ ਹੋਈ ਹੈ, ਤੁਸੀਂ ਆਪਣੇ ਨਾਲ ਨਾਲ ਨੋਟ ਕਰ ਲਿਓ, HCOOH। ਹਾਂਜੀ, ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ? ਫਾਰਮਿਕ ਐਸਿਡ। ਠੀਕ ਹੈ, ਜਾਂ ਆਪਾਂ ਇਸ ਨੂੰ ਮੀਥੇਨੋਇਕ ਐਸਿਡ ਵੀ ਕਹਿ ਸਕਦੇ ਹਾਂ। ਜਿਹੜੀ ਹਨੀ ਬੀ ਹੁੰਦੀ ਹੈ ਉਸ ਦੇ ਸਟਿੰਗ ਵਿੱਚ ਪਾਇਆ ਜਾਂਦਾ ਹੈ ਮੀਥੇਨੋਇਕ ਐਸਿਡ ਜਾਂ ਫਾਰਮਿਕ ਐਸਿਡ। ਐਂਡ ਆਪਣੇ ਕੋਲ ਸੈਕਿੰਡ ਐਗਜ਼ਾਮਪਲ ਦਿੱਤੀ ਹੋਈ ਹੈ CH3COOH। ਹਾਂਜੀ, ਤਾਂ ਇਸ ਨੂੰ ਬੋਲਿਆ ਜਾਂਦਾ ਇਥੇਨੋਇਕ ਐਸਿਡ। ਇਸ ਇਥੇਨੋਇਕ ਐਸਿਡ ਦਾ 5 to 8% ਆਪਾਂ ਵਿਨੇਗਰ ਨੂੰ ਕਹਿ ਦਿੰਦੇ ਹਾਂ। ਠੀਕ ਹੈ, ਜੋ ਆਪਣੇ ਪਿਕਲਸ ਦੇ ਵਿੱਚ ਪਾਇਆ ਜਾਂਦਾ। ਕਲੀਅਰ? ਐਂਡ ਆਪਾਂ ਐਸਿਡਸ ਨੂੰ ਕੁਝ ਹੋਰ ਟਾਈਪਸ ਦੇ ਬੇਸ 'ਤੇ ਵੀ ਸਟੱਡੀ ਕਰ ਸਕਦੇ ਹਾਂ, ਜਿਵੇਂ ਕਿ ਸਟਰੋਂਗ ਐਂਡ ਵੀਕ ਐਸਿਡਸ ਐਂਡ ਕਨਸਨਟ੍ਰੇਟਡ ਐਂਡ ਡਿਲਿਊਟ ਐਸਿਡਸ। ਸੋ ਆਪਾਂ ਸਟਾਰਟ ਕਰਦੇ ਹਾਂ। ਜਿਵੇਂ ਕਿ ਆਪਾਂ ਨੂੰ ਫਸਟ ਦਿੱਤਾ ਹੋਇਆ ਸਟਰੋਂਗ ਐਸਿਡਸ। ਹਾਂਜੀ, ਤਾਂ ਆਪਾਂ ਲਾਸਟ ਸਲਾਈਡ ਵਿੱਚ ਵੀ ਗੱਲ ਕੀਤੀ ਸੀ। ਸਟਰੋਂਗ ਐਸਿਡਸ ਕਿਹੜੇ ਹੁੰਦੇ ਆ? ਜਿਹੜੇ ਕੰਪਲੀਟਲੀ H ਪੋਜ਼ਿਟਿਵ ਆਇਨਸ ਨੂੰ ਰਿਲੀਜ਼ ਕਰ ਦਿੰਦੇ ਆ। ਠੀਕ ਹੈ, H ਪੋਜ਼ਿਟਿਵ ਆਇਨਸ ਨੂੰ। ਸੋ ਆਪਾਂ ਡੈਫੀਨੇਸ਼ਨ ਵੀ ਪੜ੍ਹਦੇ ਹਾਂ, ਦ ਐਸਿਡਸ ਵਿਚ ਆਇਓਨਾਈਜ਼ ਆਲਮੋਸਟ ਕੰਪਲੀਟਲੀ। ਸੋ ਦ ਐਸਿਡਸ ਵਿਚ ਆਇਓਨਾਈਜ਼ ਆਲਮੋਸਟ ਕੰਪਲੀਟਲੀ ਆਰ ਕਾਲਡ ਸਟਰੋਂਗ ਐਸਿਡਸ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਜਿਹੜੇ ਕੰਪਲੀਟਲੀ H ਪੋਜ਼ਿਟਿਵ ਆਇਨਸ ਨੂੰ ਰਿਲੀਜ਼ ਕਰ ਦਿੰਦੇ ਆ, ਉਹਨਾਂ ਨੂੰ ਸਟਰੋਂਗ ਐਸਿਡਸ ਕਿਹਾ ਜਾਂਦਾ। ਤਾਂ ਐਗਜ਼ਾਮਪਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਨਾਂ ਦੀ ਐਗਜ਼ਾਮਪਲਸ ਦੇ ਵਿੱਚ ਆਪਾਂ ਸਾਰੇ ਦੇ ਸਾਰੇ ਮਿਨਰਲ ਐਸਿਡਸ ਲਿਖ ਸਕਦੇ ਹਾਂ, ਬਸ ਸਿੰਪਲ ਇੱਕ H2CO3 ਨੂੰ ਛੱਡ ਕੇ। H2CO3 ਕਿਹੜਾ ਸੀਗਾ? ਕਾਰਬੋਨਿਕ ਐਸਿਡ, ਜਿਹੜਾ ਮੈਂ ਦੱਸਿਆ ਸੀ ਸੌਫਟ ਡਰਿੰਕਸ ਦੇ ਵਿੱਚ ਪਾਇਆ ਜਾਂਦਾ। ਠੀਕ ਹੈ, ਐਂਡ ਜੇਕਰ ਆਪਾਂ ਵੀਕ ਐਸਿਡਸ ਦੀ ਗੱਲ ਕਰੀਏ ਤਾਂ ਵੀਕ ਐਸਿਡਸ ਕਿਹੜੇ ਰਹਿਣਗੇ? ਸੋ ਆਪਾਂ ਡੈਫੀਨੇਸ਼ਨ ਵਿੱਚ ਲਿਖ ਸਕਦੇ ਹਾਂ ਦ ਐਸਿਡਸ ਵਿਚ ਆਇਓਨਾਈਜ਼ ਪਾਰਸ਼ਲੀ ਔਰ ਲੈਸਰ ਐਕਸਟੈਂਟ। ਵੀ ਜਿਹੜੇ ਘੱਟ ਆਇਓਨਾਈਜ਼ ਹੋਣਗੇ ਉਹਨਾਂ ਨੂੰ ਕੀ ਬੋਲਿਆ ਜਾਂਦਾ? ਵੀਕ ਐਸਿਡਸ। ਤਾਂ ਇਹਨਾਂ ਦੀਆਂ ਐਗਜ਼ਾਮਪਲਸ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਸਾਰੇ ਦੇ ਸਾਰੇ ਆਰਗੈਨਿਕ ਐਸਿਡਸ, ਜਿਹੜੇ ਆਪਾਂ ਨੂੰ ਪਲਾਂਟਸ ਐਂਡ ਐਨੀਮਲਸ ਤੋਂ ਓਬਟੇਨ ਹੁੰਦੇ ਆ। ਠੀਕ ਹੈ, ਐਂਡ ਨੈਕਸਟ ਆਪਾਂ ਡਿਲਿਊਟ ਐਸਿਡਸ ਐਂਡ ਕਨਸਨਟ੍ਰੇਟਡ ਐਸਿਡਸ ਬਾਰੇ ਸਟੱਡੀ ਕਰਦੇ ਹਾਂ। ਤਾਂ ਡਿਲਿਊਟ ਐਸਿਡਸ ਕਿਹੜੇ ਰਹਿਣਗੇ? ਜਿਨ੍ਹਾਂ ਦੇ ਵਿੱਚ ਵਾਟਰ ਜ਼ਿਆਦਾ ਹੋਏਗਾ ਐਂਡ ਐਸਿਡ ਘੱਟ ਹੋਏਗਾ। ਠੀਕ ਹੈ, ਇਨ ਵਿੱਚ ਵਾਟਰ ਇਜ਼ ਮੋਰ ਐਂਡ ਐਸਿਡ ਇਜ਼ ਲੈਸ। ਓਕੇ, ਐਂਡ ਕਨਸਨਟ੍ਰੇਟਡ ਐਸਿਡਸ ਕਿਹੜੇ ਰਹਿਣਗੇ? ਜਿਨ੍ਹਾਂ ਦੇ ਵਿੱਚ ਐਸਿਡ ਜ਼ਿਆਦਾ ਹੋਏਗਾ ਐਂਡ ਵਾਟਰ ਕੀ ਹੋਏਗਾ? ਘੱਟ। ਇਨ ਵਿੱਚ ਐਸਿਡ ਇਜ਼ ਮੋਰ ਐਂਡ ਵਾਟਰ ਇਜ਼ ਲੈਸ। ਠੀਕ ਹੈ, ਸੋ ਓਬਵੀਅਸਲੀ ਆਪਾਂ ਨੂੰ ਪਤਾ ਲੱਗ ਹੀ ਗਿਆ ਵੀ ਜਿਹੜੇ ਕਨਸਨਟ੍ਰੇਟਡ ਐਸਿਡਸ ਹੋਣਗੇ ਇਹ ਮੋਰ ਡੇਂਜਰਸ ਹੋਣਗੇ ਐਜ਼ ਕੰਪੇਅਰ ਟੂ ਡਿਲਿਊਟ ਐਸਿਡਸ। ਠੀਕ ਹੈ, ਹਾਂਜੀ, ਤਾਂ ਆਪਾਂ ਨੂੰ ਇਹ ਵੀ ਕੁਐਸਚਨ ਆ ਸਕਦਾ ਵੀ ਹਾਊ ਕੈਨ ਯੂ ਕਨਵਰਟ ਕਨਸਨਟ੍ਰੇਟਡ ਐਸਿਡ ਇਨਟੂ ਡਿਲਿਊਟ ਐਸਿਡ। ਦੈਨ ਆਪਾਂ ਸਿੰਪਲੀ ਆਨਸਰ ਕਰ ਸਕਦੇ ਹਾਂ ਵੀ ਵਾਟਰ ਦੇ ਵਿੱਚ ਆਪਾਂ ਡ੍ਰੌਪਸ ਦੇ ਨਾਲ ਕਨਸਨਟ੍ਰੇਟਡ ਐਸਿਡਸ ਨੂੰ ਐਡ ਕਰ ਦਿਆਂਗੇ। ਸੋ ਆਪਣੇ ਕੋਲ ਇਹ ਡਿਲਿਊਟ ਐਸਿਡ ਬਣ ਜਾਏਗਾ। ਠੀਕ ਹੈ, ਪਲੀਜ਼ ਇੱਕ ਚੀਜ਼ ਇੱਥੇ ਯਾਦ ਰੱਖਿਓ ਵੀ ਕਦੇ ਵੀ ਐਸਿਡ ਦੇ ਵਿੱਚ ਆਪਾਂ ਵਾਟਰ ਐਡ ਨਹੀਂ ਕਰਨਾ, ਵਾਟਰ ਦੇ ਵਿੱਚ ਐਸਿਡ ਐਡ ਕਰਨਾ। ਠੀਕ ਹੈ, ਇੰਪੋਰਟੈਂਟ ਕੁਐਸਚਨ ਆ, ਇਸ ਬੇਸ 'ਤੇ ਵੀ ਕੁਐਸਚਨ ਬਣਦਾ ਹੀ ਬਣਦਾ ਵੀ ਆਪਾਂ ਐਸਿਡ ਦੇ ਵਿੱਚ ਵਾਟਰ ਐਡ ਨਹੀਂ ਕਰ ਸਕਦੇ। ਕਿਉਂ? ਬਿਕੋਜ਼ ਜਦੋਂ ਆਪਾਂ ਕਨਸਨਟ੍ਰੇਟਡ ਐਸਿਡ ਦੇ ਵਿੱਚ ਵਾਟਰ ਐਡ ਕਰਾਂਗੇ ਤਾਂ ਇਹ ਹਾਈਲੀ ਐਗਜ਼ੋਥਰਮਿਕ ਪ੍ਰੋਸੈਸ ਆ। ਮੀਨਸ ਟੂ ਸੇ ਇਸ ਦੇ ਵਿੱਚ ਬਹੁਤ ਜ਼ਿਆਦਾ ਹੀਟ ਰਿਲੀਜ਼ ਹੋ ਰਹੀ ਹੋਏਗੀ। ਠੀਕ ਹੈ, ਸੋ ਇਸ ਨਾਲ ਚਾਂਸਿਸ ਹੋਣਗੇ ਵੀ ਜਿਹੜਾ ਆਪਣਾ ਬੀਕਰ ਹੈ ਉਹ ਵੀ ਟੁੱਟ ਸਕਦਾ ਹੈ, ਜਾਂ ਇੰਨੀ ਜ਼ਿਆਦਾ ਹੀਟ ਪ੍ਰੋਡਿਊਸ ਹੋ ਸਕਦੀ ਹੈ ਵੀ ਸਾਰੇ ਦਾ ਸਾਰਾ ਸੋਲੂਸ਼ਨ ਵੀ ਬਾਹਰ ਨਿਕਲ ਸਕਦਾ। ਸੋ ਆਪਾਂ ਕਦੇ ਵੀ ਵਾਟਰ ਨੂੰ ਐਸਿਡ ਦੇ ਵਿੱਚ ਐਡ ਨਹੀਂ ਕਰਾਂਗੇ, ਵਾਟਰ ਦੇ ਵਿੱਚ ਐਸਿਡ ਨੂੰ ਐਡ ਕਰਾਂਗੇ। ਠੀਕ ਹੈ, ਪਲੀਜ਼ ਇਸ ਨੂੰ ਯਾਦ ਰੱਖਿਓ, ਇੰਪੋਰਟੈਂਟ ਚੀਜ਼ ਰਹੇਗੀ। ਠੀਕ ਹੈ, ਸੋ ਗੁੱਡ ਬਾਏ ਸਟੂਡੈਂਟਸ, ਹੈਵ ਅ ਨਾਈਸ ਡੇ।